ਵਿਵਸਥਾਸਾਰ ਦੀ ਪੁਸਤਕ। ਇਹ ਬਾਈਬਲ ਦੀ 5ਵੀਂ ਪੁਸਤਕ ਅਤੇ ਤੁਰੇਤ ਦੀ ਆਖਰੀ ਪੁਸਤਕ ਹੈ। ਮਿਸਰ ਤੋਂ ਕੂਚ ਕਰਨ ਦੇ ਬਾਅਦ ਇਸਰਾਏਲ 1 ਸਾਲ ਤੱਕ ਸਨਈ ਪਹਾੜ ਤੇ ਸੀ, ਆਪਣੇ ਪਰਮੇਸ਼ਵਰ ਨਾਲ ਨੇਮ ਵਿੱਚ ਦਾਖਲ ਹੋ ਰਿਹਾ ਸੀ ਅਤੇ ਫਿਰ ਉਹਨਾਂ ਨੇ ਉਜਾੜ ਰਾਹੀਂ ਵਿਨਾਸ਼ਕਾਰੀ ਮਾਰਗ ਯਾਤਰਾ ਕੀਤੀ ਅਤੇ ਕੂਚ ਦੀ ਪੀੜ੍ਹੀ ਨੇ ਆਪਣੇ ਆਪ ਨੂੰ ਅਬਰਾਹਮ ਨਾਲ ਵਾਅਦਾ ਕੀਤੇ ਗਏ ਦੇਸ਼ ਵਿੱਚ ਦਾਖਲ ਹੋਣ ਤੋਂ ਅਯੋਗ ਕਰ ਦਿੱਤਾ ਅਤੇ ਇਸ ਲਈ ਵਿਵਸਥਾਸਾਰ ਦੀ ਪੁਸਤਕ ਮੂਸਾ ਦੁਆਰਾ ਨਵੀਂ ਪੀੜ੍ਹੀ ਨੂੰ ਤੁਰੇਤ ਦੇ ਨਵੇਂ ਨਿਯਮ ਸਮਝਾਉਣ ਨਾਲ ਸ਼ੁਰੂ ਹੁੰਦੀ ਹੈ ਅਤੇ ਇੱਥੋਂ ਹੀ ਪੁਸਤਕ ਦੀ ਰਚਨਾ ਅਤੇ ਉਸ ਦਾ ਉਦੇਸ਼ ਸਾਹਮਣੇ ਆਉਂਦਾ ਹੈ। ਵਿਵਸਥਾਸਾਰ ਮੂਸਾ ਦੇ ਬਚਨਾਂ ਦੀ ਇੱਕ ਲੜੀ ਹੈ ਜਿੱਥੇ ਉਹ ਇਸਰਾਏਲ ਦੀ ਅਗਲੀ ਪੀੜ੍ਹੀ ਨੂੰ ਉਹਨਾਂ ਦੇ ਪਰਮੇਸ਼ਵਰ ਨਾਲ ਨੇਮ ਪ੍ਰਤੀ ਵਫਾਦਾਰ ਰਹਿਣ ਲਈ ਬੁਲਾਉਂਦਾ ਹੈ। ਪੁਸਤਕ ਦੇ ਕੇਂਦਰ ਵਿੱਚ ਕਾਨੂੰਨਾਂ ਦਾ ਸੰਗ੍ਰਹਿ ਹੈ ਜੋ ਕਿ ਪਰਮੇਸ਼ਵਰ ਅਤੇ ਇਸਰਾਏਲ ਦੇ ਵਿਚਕਾਰ ਨੇਮ ਦੀਆਂ ਸ਼ਰਤਾਂ ਹਨ। ਕੁਝ ਨਿਯਮ ਨਵੇਂ ਹਨ ਪਰ ਬਹੁਤ ਸਾਰੇ ਸਿਨਾਈ ਪਹਾੜ ਤੇ ਪਹਿਲਾਂ ਦਿੱਤੇ ਗਏ ਨਿਯਮਾਂ ਤੋਂ ਦੁਹਰਾਏ ਗਏ ਹਨ ਅਤੇ ਅਸਲ ਵਿੱਚ ਇੱਥੋਂ ਹੀ ਪੁਸਤਕ ਨੂੰ ਇਸ ਦਾ ਨਾਮ ਮਿਲਦਾ ਹੈ ਜੋ ਯੂਨਾਨੀ ਸ਼ਬਦ ਡਿਊਟਰੋਨੋਮੀਅਨ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਦੂਜੀ ਵਿਵਸਥਾ। ਹੁਣ ਇਹਨਾਂ ਨਿਯਮਾਂ ਦੇ ਆਸ-ਪਾਸ ਮੂਸਾ ਦੇ ਭਾਸ਼ਣ ਦੇ 2 ਬਾਹਰੀ ਭਾਗ ਹਨ। ਇਹਨਾਂ ਵਿੱਚੋਂ ਹਰੇਕ ਆਪਣੇ ਆਪ ਵਿੱਚ 2 ਹਿੱਸਿਆਂ ਵਿੱਚ ਵੰਡੇ ਹੋਏ ਹਨ। ਆਓ ਗਹਿਰਾਈ ਵਿੱਚ ਚੱਲੀਏ ਅਤੇ ਅਸੀਂ ਵੇਖਾਂਗੇ ਕਿ ਇਹ ਸਭ ਕਿਵੇਂ ਕੰਮ ਕਰਦਾ ਹੈ। ਤਾਂ ਮੂਸਾ ਸਭ ਤੋਂ ਪਹਿਲਾਂ ਹੁਣ ਤੱਕ ਦੀ ਕਹਾਣੀ ਨੂੰ ਸੰਖੇਪ ਵਿੱਚ ਪੇਸ਼ ਕਰਦਾ ਹੈ ਅਤੇ ਉਹ ਉਜਾਗਰ ਕਰਦਾ ਹੈ ਕਿ ਪਿਛਲੀ ਪੀੜ੍ਹੀ ਕਿੰਨੀ ਵਿਦਰੋਹੀ ਸੀ। ਇਸ ਦੇ ਬਾਵਜੂਦ ਕਿ ਉਜਾੜ ਵਿੱਚ ਪਰਮੇਸ਼ਵਰ ਦੀ ਕਿਰਪਾ ਅਤੇ ਵਿਵਸਥਾ ਲਗਾਤਾਰ ਬਣੀ ਰਹੀ। ਪਰਮੇਸ਼ਵਰ ਨੇ ਉਹਨਾਂ ਨੂੰ ਸਜ਼ਾ ਦਿੱਤੀ, ਹਾਂ, ਪਰ ਉਸਨੇ ਆਪਣੇ ਨੇਮ ਦੇ ਵਾਅਦਿਆਂ ਨੂੰ ਨਹੀਂ ਛੱਡਿਆ। ਇਸ ਤੋਂ ਬਾਅਦ ਬਹੁਤ ਹੀ ਉਤਸ਼ਾਹ ਭਰੇ ਉਪਦੇਸ਼ਾਂ ਦੀ ਇੱਕ ਲੜੀ ਹੁੰਦੀ ਹੈ ਜਿੱਥੇ ਮੂਸਾ ਇਸ ਨਵੀਂ ਪੀੜ੍ਹੀ ਨੂੰ ਉਹਨਾਂ ਦੇ ਮਾਪਿਆਂ ਨਾਲੋਂ ਵਧੇਰੇ ਵਫਾਦਾਰ ਰਹਿਣ ਲਈ ਬੁਲਾਉਂਦਾ ਹੈ। ਉਹ ਉਹਨਾਂ ਨੂੰ 10 ਹੁਕਮਾਂ ਦੀ ਯਾਦ ਦਿਵਾਉਂਦਾ ਹੈ ਅਤੇ ਫਿਰ ਇਸ ਭਾਗ ਦਾ ਕੇਂਦਰ ਇੱਕ ਪ੍ਰਸਿੱਧ ਲਾਈਨ ਹੈ ਜਿਸ ਨੂੰ ਸ਼ੇਮਾ ਕਿਹਾ ਜਾਂਦਾ ਹੈ। ਮੂਸਾ ਕਹਿੰਦਾ ਹੈ ਕਿ ਹੇ ਇਸਰਾਏਲ, ਸੁਣੋ, ਯਹੋਵਾ ਸਾਡਾ ਪਰਮੇਸ਼ਵਰ ਸਿਰਫ ਇੱਕੋ ਹੀ ਯਹੋਵਾ ਹੈ। ਤੁਸੀਂ ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ। ਇਹ ਯਹੂਦੀ ਧਰਮ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਰੋਜ਼ ਦੀ ਪ੍ਰਾਰਥਨਾ ਬਣ ਗਈ ਅਤੇ ਇਹ ਪੁਸਤਕ ਦੇ ਸਾਰੇ ਵਿਸ਼ਿਆਂ ਨੂੰ ਇਕੱਠੇ ਕਰਦੀ ਹੈ। ਇਬਰਾਨੀ ਭਾਸ਼ਾ ਵਿੱਚ ਸੁਣਨਾ ਜਾਂ ਸ਼ੇਮਾ ਸ਼ਬਦ ਦਾ ਅਰਥ ਸਿਰਫ ਸੁਣਨ ਨਾਲੋਂ ਬਹੁਤ ਜ਼ਿਆਦਾ ਹੈ। ਇਸ ਦੇ ਅਰਥ ਵਿੱਚ ਸੁਣੇ ਹੋਏ ਵਚਨ ਦੇ ਪ੍ਰਤੀ ਪ੍ਰਤੀਕਿਰਿਆ ਵੀ ਸ਼ਾਮਿਲ ਹੈ ਜਾਂ ਦੂਜੇ ਸ਼ਬਦਾਂ ਵਿੱਚ ਆਗਿਆ ਮੰਨਣਾ। ਅਤੇ ਇਬਰਾਨੀ ਵਿੱਚ ਪਿਆਰ ਸ਼ਬਦ ਦਾ ਅਰਥ ਸਿਰਫ ਇੱਕ ਭਾਵਨਾ ਜਾਂ ਅਹਿਸਾਸ ਤੋਂ ਬਹੁਤ ਜ਼ਿਆਦਾ ਹੈ। ਇਹ ਪੂਰੇ ਦਿਲ ਤੋਂ ਪਰਮੇਸ਼ਵਰ ਦੀ ਭਗਤੀ ਕਰਨ ਦੇ ਫੈਸਲੇ ਬਾਰੇ ਹੈ ਜਿਸ ਵਿੱਚ ਤੁਹਾਡੀ ਇੱਛਾ ਅਤੇ ਤੁਹਾਡੀਆਂ ਭਾਵਨਾਵਾਂ, ਤੁਹਾਡਾ ਮਨ ਅਤੇ ਤੁਹਾਡਾ ਦਿਲ ਸ਼ਾਮਿਲ ਹੁੰਦੇ ਹਨ। ਹੁਣ ਇਸਰਾਏਲੀ ਪਰਮੇਸ਼ਵਰ ਦੇ ਪ੍ਰਤੀ ਉਹਨਾਂ ਦੀ ਆਗਿਆਕਾਰੀ ਅਤੇ ਭਗਤੀ ਬਹੁਤ ਵੱਡੇ ਉਦੇਸ਼ ਨੂੰ ਪੂਰਾ ਕਰਦੀ ਹੈ। ਕਾਨੂੰਨਾਂ ਦੀ ਪਾਲਣਾ ਇਸਰਾਏਲ ਨੂੰ ਕੌਮਾਂ ਵਿੱਚ ਇੱਕ ਖਾਸ ਕੌਮ ਬਣਾਵੇਗੀ। ਜਿਵੇਂ ਪਰਮੇਸ਼ਵਰ ਨੇ ਸਿਨਾਈ ਪਹਾੜ ਤੇ ਕਿਹਾ ਸੀ, ਉਹ ਜਾਜਕਾਂ ਦਾ ਰਾਜ ਬਣਨਗੇ ਅਤੇ ਮੂਸਾ ਹੁਣ ਦੱਸਦਾ ਹੈ ਕਿਵੇਂ। ਵਿਵਸਥਾ ਦਾ ਪਾਲਣ ਕਰਕੇ ਇਸਰਾਏਲ ਕੋਲ ਪੂਰੀ ਦੁਨੀਆ ਨੂੰ ਪਰਮੇਸ਼ਵਰ ਦੀ ਬੁੱਧ ਅਤੇ ਨਿਆਂ ਦਿਖਾਉਣ ਦਾ ਮੌਕਾ ਹੈ। ਸ਼ੇਮਾ ਵਿੱਚ ਹੋਰ ਮੁੱਖ ਵਿਚਾਰ ਇਹ ਹੈ ਕਿ ਸਿਰਫ ਇਸਰਾਏਲ ਨੂੰ ਯਹੋਵਾ ਦੀ ਆਗਿਆ ਮੰਨਣ ਅਤੇ ਉਸ ਦੇ ਪ੍ਰਤੀ ਸਮਰਪਿਤ ਰਹਿਣ ਲਈ ਕਿਹਾ ਗਿਆ ਹੈ, ਜਾਂ ਸ਼ਾਬਦਿਕ ਤੌਰ ਤੇ ਇਬਰਾਨੀ ਵਿੱਚ ਇਹ ਕਹਿੰਦਾ ਹੈ ਕਿ ਪ੍ਰਭੂ ਇੱਕ ਹੈ। ਹੁਣ ਪ੍ਰਸੰਗ ਵਿੱਚ ਮੁੱਖ ਗੱਲ ਇਹ ਹੈ ਕਿ ਯਹੋਵਾ ਹੀ ਇੱਕੋ ਇੱਕ ਪਰਮੇਸ਼ਵਰ ਹੈ ਜਿਸ ਦੀ ਇਸਰਾਏਲ ਨੂੰ ਆਰਾਧਨਾ ਅਤੇ ਆਗਿਆਕਾਰੀ ਕਰਨੀ ਹੈ। ਇਸਰਾਏਲ ਕਨਾਨ ਦੀ ਧਰਤੀ ਵਿੱਚ ਜਾਣ ਵਾਲਾ ਸੀ ਜਿੱਥੇ ਲੋਕ ਮੂਰਤੀ ਪੂਜਾ ਕਰਦੇ ਹਨ ਜੋ ਸ੍ਰਿਸ਼ਟੀ ਦੇ ਸੂਰਜ, ਮੌਸਮ, ਸੰਭੋਗ, ਯੁੱਧ ਸਾਰੇ ਵੱਖੋ ਵੱਖਰੇ ਪਹਿਲੂਆਂ ਨੂੰ ਦਰਸਾਉਂਦੇ ਹਨ ਅਤੇ ਮੂਸਾ ਦੀ ਨਜ਼ਰ ਵਿੱਚ ਇਹਨਾਂ ਦੇਵਤਿਆਂ ਦੀ ਪੂਜਾ ਮਨੁੱਖਾਂ ਨੂੰ ਨੀਵਿਆਂ ਕਰਦੀ ਹੈ ਅਤੇ ਸਮਾਜਾਂ ਨੂੰ ਤਬਾਹ ਕਰ ਦਿੰਦੀ ਹੈ। ਪਰ ਇਸਰਾਏਲ ਦੇ ਪਰਮੇਸ਼ਵਰ ਦੀ ਉਪਾਸਨਾ ਕਰਨੀ ਜੋ ਸਿਰਜਣਹਾਰ ਅਤੇ ਮੁਕਤੀਦਾਤਾ ਹੈ, ਇਹ ਜੀਵਨ ਅਤੇ ਬਰਕਤ ਵੱਲ ਲੈ ਜਾਵੇਗਾ। ਅਤੇ ਇਸ ਲਈ ਅਸੀਂ ਪੁਸਤਕ ਦੇ ਕੇਂਦਰ ਵਿੱਚ ਕਾਨੂੰਨਾਂ ਦੇ ਵਿਸ਼ਾਲ ਸੰਗ੍ਰਹਿ ਤੇ ਆਉਂਦੇ ਹਾਂ ਅਤੇ ਉਹ ਸਧਾਰਨ ਤੌਰ ਤੇ ਵਿਸ਼ੇ ਦੁਆਰਾ ਵਿਵਸਥਿਤ ਕੀਤੇ ਜਾਂਦੇ ਹਨ। ਸ਼ੁਰੂਆਤੀ ਭਾਗ ਇਸਰਾਏਲ ਦੁਆਰਾ ਉਹਨਾਂ ਦੇ ਪਰਮੇਸ਼ਵਰ ਦੀ ਆਰਾਧਨਾ ਬਾਰੇ ਹੈ। ਉਹਨਾਂ ਦੇ ਕੋਲ ਇੱਕ ਕੇਂਦਰੀ ਹੈਕਲ ਹੋਣੀ ਚਾਹੀਦੀ ਸੀ ਜਿੱਥੇ ਇੱਕੋ ਪਰਮੇਸ਼ਵਰ ਦੀ ਆਰਾਧਨਾ ਹੋਵੇਗੀ ਅਤੇ ਨਾਲ ਹੀ ਇਸਰਾਏਲ ਦੁਆਰਾ ਗਰੀਬਾਂ ਦੀ ਦੇਖਭਾਲ ਕਰਦੇ ਹੋਏ ਪਰਮੇਸ਼ਵਰ ਦੀ ਆਰਾਧਨਾ ਕੀਤੀ ਜਾਣੀ ਚਾਹੀਦੀ ਸੀ। ਇਸ ਲਈ ਉਦਾਹਰਣ ਵਜੋਂ ਸਾਰੇ ਇਸਰਾਏਲੀਆਂ ਨੂੰ ਆਪਣੀ ਸਾਲਾਨਾ ਆਮਦਨੀ ਦਾ ਦਸਵੰਧ ਹੈਕਲ ਵਿੱਚ ਦੇਣ ਲਈ ਵੱਖਰਾ ਰੱਖਣਾ ਸੀ, ਪਰ ਇੱਕ ਹੋਰ 10ਵਾਂ ਹਿੱਸਾ ਹਰ 3 ਸਾਲਾਂ ਲਈ ਨਿਰਧਾਰਿਤ ਕੀਤਾ ਜਾਣਾ ਸੀ ਅਤੇ ਗਰੀਬਾਂ ਨੂੰ ਦਿੱਤਾ ਜਾਣਾ ਸੀ। ਇਹ ਇਸ ਤਰ੍ਹਾਂ ਦੇ ਨਿਯਮ ਸਨ ਜੋ ਇਸਰਾਏਲ ਨੂੰ ਉਹਨਾਂ ਦੇ ਪ੍ਰਾਚੀਨ ਗੁਆਂਢੀਆਂ ਦੇ ਮੁਕਾਬਲੇ ਨਿਆਂ ਦੀ ਦ੍ਰਿਸ਼ਟੀ ਤੋਂ ਸਭ ਤੋਂ ਅੱਗੇ ਰੱਖਦੇ ਸਨ ਅਤੇ ਇਹ ਸਭ ਉਹਨਾਂ ਦੇ ਪਰਮੇਸ਼ਵਰ ਦੀ ਆਰਾਧਨਾ ਨਾਲ ਜੁੜਿਆ ਹੋਇਆ ਸੀ। ਅਗਲਾ ਭਾਗ ਇਸਰਾਏਲ ਦੇ ਬਜ਼ੁਰਗਾਂ ਦੇ ਚਰਿੱਤਰ ਗੁਣਾਂ ਦੀ ਰੂਪ ਰੇਖਾ ਦੱਸਦਾ ਹੈ। ਬਜ਼ੁਰਗਾਂ, ਜਾਜਕਾਂ ਅਤੇ ਰਾਜੇ ਸਾਰਿਆਂ ਨੂੰ ਨੇਮ ਦੇ ਨਿਯਮਾਂ ਦੇ ਅਧਿਕਾਰ ਅਧੀਨ ਰੱਖਿਆ ਗਿਆ ਸੀ ਜਿਸ ਬਾਰੇ ਪਰਮੇਸ਼ਵਰ ਨੇ ਕਿਹਾ ਸੀ ਕਿ ਉਹ ਬਜ਼ੁਰਗਾਂ ਨੂੰ ਜਵਾਬਦੇਹ ਰੱਖਣ ਲਈ ਨਬੀਆਂ ਨੂੰ ਭੇਜ ਕੇ ਲਾਗੂ ਕਰੇਗਾ। ਇਸਰਾਏਲ ਦੇ ਗੁਆਂਢੀਆਂ ਦੇ ਉਲਟ
ਜਿੱਥੇ ਰਾਜਿਆਂ ਨੂੰ ਈਸ਼ਵਰੀ ਰੂਪ ਅਤੇ ਆਪਣੇ ਲਈ ਇੱਕ ਕਾਨੂੰਨ ਮੰਨਿਆ ਜਾਂਦਾ ਸੀ। ਇਸਰਾਇਲ ਦੇ ਆਗੂ ਕਾਨੂੰਨ ਅਤੇ ਨਬੀਆਂ ਦੇ ਅਧੀਨ ਸਨ। ਇਸ ਤੋਂ ਬਾਅਦ ਇੱਕ ਵੱਡਾ ਹਿੱਸਾ ਇਸਰਾਇਲ ਦੇ ਨਾਗਰਿਕਾਂ ਦੇ ਜੀਵਨ ਦੇ ਨਿਯਮਾਂ ਦੇ ਬਾਰੇ ਹੈ। ਇਸ ਲਈ ਵਿਆਹ ਅਤੇ ਪਰਿਵਾਰ ਅਤੇ ਵਪਾਰ ਦੇ ਬਾਰੇ ਨਿਯਮ ਅਤੇ ਸਮਾਜਿਕ ਨਿਆਂ ਦੇ ਬਾਰੇ ਉਹਨਾਂ ਦੀ ਕਾਨੂੰਨ ਪ੍ਰਣਾਲੀ ਬਾਰੇ ਅਤੇ ਇਸ ਬਾਰੇ ਸੀ ਕਿ ਵਿਧਵਾਵਾਂ, ਅਨਾਥਾਂ ਅਤੇ ਪ੍ਰਵਾਸੀਆਂ ਦੀ ਸੁਰੱਖਿਆ ਕਿਵੇਂ ਕੀਤੀ ਜਾਵੇ। ਅਤੇ ਫਿਰ ਇਹ ਭਾਗ ਆਰਾਧਨਾ ਦੇ ਵਿਖੇ ਹੋਰ ਨਿਯਮਾਂ ਦੁਆਰਾ ਸਮਾਪਤ ਹੁੰਦਾ ਹੈ। ਹੁਣ ਇਹਨਾਂ ਸਾਰੇ ਨਿਯਮਾਂ ਨੂੰ ਪੜ੍ਹਨ ਲਈ ਇੱਥੇ ਕੁਝ ਸੁਝਾਅ ਹਨ। ਯਾਦ ਰੱਖੋ, ਸਭ ਤੋਂ ਪਹਿਲਾਂ ਇਸ ਨਈ ਨੇਮ ਦੀਆਂ ਸ਼ਰਤਾਂ ਹਨ ਜੋ ਖਾਸ ਕਰਕੇ ਪ੍ਰਾਚੀਨ ਇਸਰਾਇਲ ਨੂੰ ਦਿੱਤੀਆਂ ਗਈਆਂ ਹਨ। ਇੱਕ ਅਜਿਹੇ ਸੱਭਿਆਚਾਰ ਵਿੱਚ ਰਹਿਣਾ ਜੋ ਤੁਹਾਡੇ ਨਾਲੋਂ ਬਹੁਤ ਵੱਖਰਾ ਹੈ ਅਤੇ ਇਸ ਲਈ ਦੂਜਾ, ਇਹਨਾਂ ਨਿਯਮਾਂ ਦੀ ਇੱਕ ਤੁਲਨਾ ਬਹੁਤ ਹੀ ਵੱਖਰੇ ਸੱਭਿਆਚਾਰ ਦੇ ਆਧੁਨਿਕ ਨਿਯਮਾਂ ਨਾਲ ਕਰਨ ਤੇ ਕੋਈ ਲਾਭ ਨਹੀਂ ਹੋਵੇਗਾ। ਇਸ ਦੀ ਬਜਾਏ ਇਹ ਇਸਰਾਇਲ ਨੂੰ ਅਲੱਗ ਕਰਨ ਲਈ ਦਿੱਤੇ ਗਏ ਸਨ ਅਤੇ ਇਸ ਲਈ ਸਾਨੂੰ ਇਹਨਾਂ ਨਿਯਮਾਂ ਦੀ ਤੁਲਨਾ ਇਸਰਾਇਲ ਦੇ ਗੁਆਂਢੀਆਂ ਨਾਲ ਕਰਨ ਦੀ ਜ਼ਰੂਰਤ ਹੈ, ਜਿਵੇਂ ਕਿ ਅਸੂਰ ਜਾਂ ਬਾਬਲ ਵਿੱਚ। ਅਤੇ ਜਦੋਂ ਤੁਸੀਂ ਅਜਿਹਾ ਕਰਦੇ ਹੋ ਤਾਂ ਨਿਯਮ ਜੋ ਕਠੋਰ ਜਾਂ ਅਜੀਬ ਲੱਗਦੇ ਸਨ ਅਚਾਨਕ ਵਧੇਰੇ ਸਪਸ਼ਟ ਹੋ ਜਾਂਦੇ ਹਨ। ਤੁਸੀਂ ਵੇਖਦੇ ਹੋ ਕਿ ਪਰਮੇਸ਼ਵਰ ਇਸਰਾਇਲ ਨੂੰ ਉੱਚ ਪੱਧਰ ਦੇ ਨਿਆਂ ਵੱਲ ਲੈ ਜਾ ਰਿਹਾ ਹੈ ਜੋ ਪਹਿਲਾਂ ਕਦੇ ਨਹੀਂ ਜਾਣਿਆ ਗਿਆ। ਅਤੇ ਇਸ ਲਈ ਅੰਤ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਬੁੱਧ ਜਾਂ ਨਿਆਂ ਦੇ ਮੁੱਖ ਸਿਧਾਂਤ ਜੋ ਕਿਸੇ ਖਾਸ ਕਾਨੂੰਨ ਦੇ ਅਧੀਨ ਹਨ ਅਤੇ ਤੁਸੀਂ ਇੱਥੇ ਬਹੁਤ ਡੂੰਘੀਆਂ ਗੱਲਾਂ ਦੀ ਖੋਜ ਕਰ ਪਾਓਗੇ। ਇਸ ਲਈ ਇੱਥੇ ਹੋਰ ਵਿਸ਼ਵਾਸ ਦਾ ਆਦੇਸ਼ ਹੈ। ਜਾਓ ਵੇਖੋ, ਪੌਲੁਸ ਰਸੂਲ ਨੇ ਕੁਰਿੰਥੀਆਂ ਨੂੰ ਲਿਖੀ ਆਪਣੀ ਪਹਿਲੀ ਪੱਤਰੀ ਅਧਿਆਇ 9 ਆਇਤ 9 ਵਿੱਚ ਇਹ ਕੰਮ ਕਿਵੇਂ ਕੀਤਾ, ਜਿੱਥੇ ਉਹ ਵਿਵਸਥਾ ਸਾਰ ਅਧਿਆਇ 25 ਆਇਤ 4 ਵਿੱਚੋਂ ਇੱਕ ਨਿਯਮ ਦਾ ਹਵਾਲਾ ਦਿੰਦਾ ਹੈ। ਇਹ ਅਸਲ ਵਿੱਚ ਦਿਲਚਸਪ ਹੈ। ਇਸ ਲਈ ਮੂਸਾ ਤੇ ਵਾਪਸ ਆਉਂਦੇ ਹਾਂ। ਸਾਰੇ ਨਿਯਮਾਂ ਨੂੰ ਦੱਸਣ ਤੋਂ ਬਾਅਦ ਉਹ ਇੱਕ ਆਖਰੀ ਚੁਣੌਤੀ ਦਿੰਦਾ ਹੈ। ਇਸਰਾਇਲ ਨੂੰ ਆਪਣੇ ਪਰਮੇਸ਼ਵਰ ਨੂੰ ਸੁਣਨਾ ਅਤੇ ਪਿਆਰ ਕਰਨਾ ਚਾਹੀਦਾ ਹੈ। ਉਹ ਪਹਿਲਾਂ ਸਾਵਧਾਨ ਕਰਦਾ ਹੈ ਅਤੇ ਚੇਤਾਵਨੀ ਦਿੰਦਾ ਹੈ। ਜੇ ਇਸਰਾਇਲ ਆਪਣੇ ਪਰਮੇਸ਼ਵਰ ਨੂੰ ਸੁਣਦਾ ਅਤੇ ਮੰਨਦਾ ਹੈ ਤਾਂ ਸਭ ਕੁਝ ਬਹੁਤ ਵਧੀਆ ਹੋਵੇਗਾ। ਬਹੁਤ ਸਾਰੀਆਂ ਈਸ਼ਵਰੀ ਬਰਕਤਾਂ ਹੋਣਗੀਆਂ। ਪਰ ਜੇ ਉਹ ਨਹੀਂ ਸੁਣਦੇ ਅਤੇ ਬਗਾਵਤ ਕਰਦੇ ਹਨ ਤਾਂ ਕਾਲ, ਵਿਪਤਾ, ਤਬਾਹੀ ਅਤੇ ਆਖਰਕਾਰ ਜਿਸ ਤੋਂ ਕੱਢ ਦਿੱਤੇ ਜਾਣਗੇ। ਅਤੇ ਫਿਰ ਮੂਸਾ ਇੱਕ ਫੈਸਲੇ ਲਈ ਮਜਬੂਰ ਕਰਦਾ ਹੈ। ਉਹ ਕਹਿੰਦਾ ਹੈ, ਅੱਜ ਮੈਂ ਤੁਹਾਡੇ ਸਾਹਮਣੇ ਜ਼ਿੰਦਗੀ ਜਾਂ ਮੌਤ, ਅਸ਼ੀਸ਼ ਜਾਂ ਸ਼ਰਾਪ, ਭਲਾਈ ਜਾਂ ਬੁਰਾਈ ਰੱਖਦਾ ਹਾਂ। ਇਸ ਲਈ ਯਹੋਵਾ ਆਪਣੇ ਪਰਮੇਸ਼ਵਰ ਨੂੰ ਪਿਆਰ ਕਰਨ ਅਤੇ ਉਸ ਨੂੰ ਸੁਣਨ ਦੁਆਰਾ ਜੀਵਨ ਦੀ ਚੋਣ ਕਰੋ। ਪਰ ਫਿਰ ਮੂਸਾ ਕਹਿੰਦਾ ਹੈ, ਮੈਂ ਜਾਣਦਾ ਹਾਂ ਕਿ ਮੇਰੇ ਮਰਨ ਤੋਂ ਬਾਅਦ ਤੁਸੀਂ ਬਗਾਵਤ ਕਰੋਗੇ ਅਤੇ ਪਰਮੇਸ਼ਵਰ ਤੋਂ ਦੂਰ ਹੋ ਜਾਵੋਗੇ ਅਤੇ ਅਖੀਰ ਵਿੱਚ ਦੇਸ਼ ਵਿੱਚੋਂ ਕੱਢੇ ਜਾਓਗੇ, ਜੋ ਕਿ ਇੱਕ ਤਰ੍ਹਾਂ ਦਾ ਨੀਵਾਂ ਕਰਨਾ ਹੈ। ਪਰ ਫਿਰ ਉਹ ਇਹਨਾਂ ਲੋਕਾਂ ਦੇ ਨਾਲ ਦਹਾਕਿਆਂ ਤੋਂ ਹੈ ਅਤੇ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਸ ਦੀਆਂ ਉਮੀਦਾਂ ਬਹੁਤ ਜ਼ਿਆਦਾ ਨਹੀਂ ਹਨ। ਅਤੇ ਮੂਸਾ ਕਹਿੰਦਾ ਹੈ, ਪਰ ਸਭ ਕੁਝ ਨਹੀਂ ਗਵਾਇਆ ਗਿਆ। ਇੱਕ ਦਿਨ ਜਦੋਂ ਇਸਰਾਇਲ ਗੁਲਾਮੀ ਵਿੱਚ ਹੋਵੇਗਾ, ਮੂਸਾ ਕਹਿੰਦਾ ਹੈ, ਕਿਸੇ ਵੀ ਸਮੇਂ ਉਹ ਆਪਣੇ ਪਰਮੇਸ਼ਵਰ ਵੱਲ ਮੁੜ ਸਕਦੇ ਹਨ, ਜਿਵੇਂ ਉਸ ਦੇ ਵਚਨ ਵਿੱਚ ਹੈ। ਉਹ ਤੁਹਾਡੇ ਦਿਲਾਂ ਦੀ ਸੁਨਤ ਕਰੇਗਾ ਤਾਂ ਜੋ ਤੁਸੀਂ ਉਸ ਨੂੰ ਆਪਣੇ ਸਾਰੇ ਦਿਲ ਅਤੇ ਜਾਨ ਨਾਲ ਪਿਆਰ ਰੱਖੋ ਤਾਂ ਜੋ ਤੁਸੀਂ ਜਿਉਂਦੇ ਰਹੋ। ਹੁਣ ਇਹ ਇੱਕ ਸਪਸ਼ਟ ਰੂਪਕ ਹੈ ਜੋ ਕਹਿ ਰਿਹਾ ਹੈ ਕਿ ਇਸਰਾਇਲ ਦੇ ਦਿਲ ਵਿੱਚ ਕੁਝ ਬੁਨਿਆਦੀ ਤੌਰ ਤੇ ਗਲਤ ਹੈ। ਇਹ ਜਿੱਦੀ ਅਤੇ ਸਖਤ ਹਨ। ਇਹ ਉਹੀ ਦਸ਼ਾ ਹੈ ਜੋ ਸਾਰੀ ਮਨੁੱਖਤਾ ਦੇ ਦਿਲ ਨਾਲ ਗਲਤ ਹੈ। ਇਹ ਗੱਲ ਸਾਨੂੰ ਬਾਗ ਦੇ ਵਿਦਰੋਹ ਵੱਲ ਲੈ ਜਾਂਦੀ ਹੈ। ਮਨੁੱਖਾਂ ਨੇ ਆਪਣੇ ਆਪ ਨੂੰ ਪਰਮੇਸ਼ਵਰ ਤੋਂ ਸੁਤੰਤਰ ਕਰ ਦਿੱਤਾ। ਉਹ ਆਪਣੇ ਲਈ ਚੰਗੇ ਅਤੇ ਬੁਰੇ ਦੀ ਪਰਿਭਾਸ਼ਾ ਦੇਣਾ ਚਾਹੁੰਦੇ ਸਨ ਅਤੇ ਨਤੀਜੇ ਵਜੋਂ ਉਹਨਾਂ ਨੇ ਪਰਮੇਸ਼ਵਰ ਦੀ ਭਲੀ ਦੁਨੀਆ ਨੂੰ ਤਬਾਹ ਕਰ ਦਿੱਤਾ। ਪਰ ਇੱਕ ਦਿਨ ਮੂਸਾ ਕਹਿੰਦਾ ਹੈ, ਪਰਮੇਸ਼ਵਰ ਆਪਣੇ ਲੋਕਾਂ ਦੇ ਦਿਲਾਂ ਨੂੰ ਬਦਲਣ ਲਈ ਕੁਝ ਕਰਨ ਜਾ ਰਿਹਾ ਹੈ ਤਾਂ ਜੋ ਉਹ ਸੱਚਮੁੱਚ ਆਪਣੇ ਦਿਲ ਤੋਂ ਪਰਮੇਸ਼ਵਰ ਦੀ ਆਵਾਜ਼ ਸੁਣਨ ਅਤੇ ਦਿਲ ਤੋਂ ਉਸ ਨਾਲ ਪਿਆਰ ਕਰਨ ਅਤੇ ਉਹਨਾਂ ਨੂੰ ਸੱਚੀ ਜ਼ਿੰਦਗੀ ਵੱਲ ਵਾਪਸ ਲਿਆਂਦਾ ਜਾ ਸਕਦਾ ਹੈ। ਇਹ ਉਹ ਵਾਅਦਾ ਹੈ ਜੋ ਬਾਈਬਲ ਦੇ ਬਾਅਦ ਦੇ ਨਬੀਆਂ ਯਰਮੀਆ ਅਤੇ ਹਿਜ਼ਕੀਏਲ ਨੇ ਵੀ ਪ੍ਰਾਪਤ ਕੀਤਾ, ਇੱਕ ਨਵੇਂ ਦਿਲ ਦੀ ਉਮੀਦ। ਇਸ ਲਈ ਮੂਸਾ ਆਪਣਾ ਬਚਨ ਚੇਤਾਵਨੀ ਦੀ ਕਵਿਤਾ ਅਤੇ ਅਸ਼ੀਸ਼ ਨਾਲ ਸਮਾਪਤ ਕਰਦਾ ਹੈ ਅਤੇ ਫਿਰ ਉਹ ਇੱਕ ਪਹਾੜ ਉੱਤੇ ਚਲਾ ਜਾਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਤੁਰੇਤ ਸਮਾਪਤ ਹੋ ਜਾਂਦੀ ਹੈ। ਬਾਈਬਲ ਦੀ ਕਹਾਣੀ ਦੇ ਸਾਰੇ ਮੁੱਖ ਕਥਾ ਤਣਾਅ ਆਪਣੀ ਥਾਂ ਤੇ ਹਨ ਪਰ ਪੂਰੀ ਤਰ੍ਹਾਂ ਅਣਸੁਲਝੇ ਰਹਿ ਗਏ ਹਨ। ਔਰਤ ਦੀ ਸੰਤਾਨ ਕਦੋਂ ਆਵੇਗੀ ਅਤੇ ਬੁਰਾਈ ਨੂੰ ਹਰਾਵੇਗੀ, ਜਾਂ ਪਰਮੇਸ਼ਵਰ ਕਿਵੇਂ ਸਾਰੇ ਸੰਸਾਰ ਨੂੰ ਬਚਾਵੇਗਾ ਅਤੇ ਇਸ ਪਰਿਵਾਰ ਦੁਆਰਾ ਸਾਰੀਆਂ ਕੌਮਾਂ ਨੂੰ ਅਸ਼ੀਸ਼ ਦੇਵੇਗਾ। ਅਤੇ ਜੋ ਲੋਕ ਲਗਾਤਾਰ ਵਿਦਰੋਹੀ ਹਨ, ਉਹਨਾਂ ਨਾਲ ਪਰਮੇਸ਼ਵਰ ਦੀ ਪਵਿੱਤਰਤਾ ਦਾ ਮੇਲ ਕਿਵੇਂ ਹੋ ਸਕਦਾ ਹੈ ਅਤੇ ਪਰਮੇਸ਼ਵਰ ਆਪਣੇ ਲੋਕਾਂ ਦੇ ਦਿਲਾਂ ਨੂੰ ਕਿਵੇਂ ਬਦਲਣ ਜਾ ਰਿਹਾ ਹੈ। ਇਹ ਪਤਾ ਲਗਾਉਣ ਲਈ ਤੁਹਾਨੂੰ ਸਿਰਫ ਪੜ੍ਹਨਾ ਜਾਰੀ ਰੱਖਣਾ ਪਵੇਗਾ। ਪਰ ਹੁਣ ਲਈ ਵਿਵਸਥਾ ਸਾਰ ਦੀ ਕਿਤਾਬ ਦੇ ਲਈ ਬਸ ਇੰਨਾ ਹੀ।